This is Sherry Punjab Radio, AM 600, Vancouver. ਗੱਲਬਾਤ ਜਿਹੜੀ ਕਰਾਂਗੇ ਬੜੀ ਮਹੱਤਵਪੂਰਨ ਹੈ, ਸੁਣਨ ਵਾਲੀ ਹੈ ਔਰ ਧਿਆਨ ਦੇਣ ਵਾਲੀ ਹੈ, ਖਾਸ ਤੌਰ 'ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਆਪਣੇ ਮੁਲਕ ਦੇ ਨਾਲ ਪਿਆਰ ਕਰਦੇ ਨੇ ਔਰ ਖਾਸ ਤੌਰ 'ਤੇ ਚਾਹੁੰਦੇ ਨੇ। ਹਮੇਸ਼ਾ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਸੇ ਵੀ ਮੁਲਕ ਦੇ ਜਿਹੜੇ ਰੂਟਸ ਹੁੰਦੀਆਂ ਉਹ ਬਹੁਤ ਜ਼ਰੂਰੀ ਹੁੰਦੀਆਂ ਕਿ ਉਹਨਾਂ ਨੂੰ ਅਸੀਂ ਹਰਿਆ ਭਰਿਆ ਰੱਖੀਏ। ਔਰ ਖਾਸ ਤੌਰ ਦੇ ਉੱਤੇ ਕਿਉਂਕਿ ਅਸੀਂ ਜਿਹੜੇ ਲੋਕ ਭਾਰਤ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਜਾਂ ਸ਼੍ਰੀਲੰਕਾ ਜਾਂ ਹੋਰ ਜਿਹੜੀਆਂ ਕੰਟਰੀਜ਼ ਤੋਂ ਇੱਥੇ ਆਏ ਹਾਂ, ਖਾਸ ਤੌਰ 'ਤੇ ਸਾਊਥ ਏਸ਼ੀਆ ਦੀ ਜੇ ਗੱਲ ਕਰੀਏ ਤਾਂ ਸਾਨੂੰ ਬੜਾ ਪਿਆਰ ਹੈ ਆਪਣੇ ਮੁਲਕਾਂ ਦੇ ਨਾਲ। ਅਸੀਂ ਜਾ ਕੇ ਵਾਪਸ ਉੱਥੇ ਦਾ ਆਨੰਦ ਮਾਣਦੇ ਹਾਂ, ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਹਾਂ। ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਵੀ, ਅਜੇ ਵੀ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਦੀਆਂ ਪ੍ਰੋਪਰਟੀਜ਼ ਉੱਥੇ ਪਈਆਂ ਹੋਣ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਵੈਸੇ ਹੀ ਬਹੁਤ ਸਾਰੇ ਫੰਕਸ਼ਨਸ ਦੇ ਵਿੱਚ ਜਾਂਦੇ ਨੇ, ਆਪਣੇ ਮੁਲਕ ਦਾ ਜਿਹੜਾ ਆਨੰਦ ਹੈ ਉਹ ਮਾਣਨ ਦੇ ਵਾਸਤੇ ਅਕਸਰ ਜਾਂਦੇ ਨੇ। ਪਰ ਕੁਝ ਲੋਕ ਅਜਿਹੇ ਨੇ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਉਹਨਾਂ ਦੀਆਂ ਤਲਖੀਆਂ ਬਣ ਜਾਂਦੀਆਂ, ਜਾਂ ਕਈ ਲੋਕ ਅਜਿਹੇ ਨੇ ਜਿਹੜੇ ਗਲਤ ਹੱਥਾਂ ਦੇ ਵਿੱਚ ਕਈ ਵਾਰ ਪੈ ਜਾਂਦੇ ਨੇ ਔਰ ਉਹ ਕੁਝ ਲੋਕਾਂ ਦੀ ਸ਼ਹਿ ਦੇ ਉੱਤੇ, ਖਾਸ ਤੌਰ ਦੇ ਉੱਤੇ ਅਜਿਹੇ ਕੁਝ ਚੀਜ਼ਾਂ ਨੂੰ ਅੰਜਾਮ ਦੇ ਦਿੰਦੇ ਨੇ ਜਿਹਦੇ ਕਰਕੇ ਫਿਰ ਉਹਨਾਂ ਦਾ ਵਾਪਸ ਆਪਣੇ ਮੁਲਕਾਂ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੋ ਜਾਂਦਾ। ਸੋ ਇਹ ਜਿਹੜੀ ਇੱਕ ਗੱਲ ਹੈ ਇਹ ਬੜੀ ਮਹੱਤਵਪੂਰਨ ਹੈ ਸਾਡੇ ਵਾਸਤੇ ਕਿ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਕੈਨੇਡਾ ਔਰ ਭਾਰਤ ਦੇ ਰਿਲੇਸ਼ਨ ਪਿਛਲੇ ਕੁਛ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਕਈ ਐਸੀਆਂ ਜਾਣਕਾਰੀਆਂ ਜਿਹੜੀਆਂ ਸਾਡੇ ਕੋਲ ਆਈਆਂ ਔਰ ਜਿਸ ਤਰੀਕੇ ਦੀ ਜਿਹੜੀ ਗੱਲਬਾਤ ਹੋਈ ਹੈ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਰਤ ਔਰ ਕੈਨੇਡਾ ਦੇ ਜਿਹੜੇ ਰਿਲੇਸ਼ਨ ਨੇ ਉਹ ਇਸ ਵੇਲੇ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਦੋਹੇ ਮੁਲਕਾਂ ਦੇ ਵੱਲੋਂ ਇੱਕ ਦੂਜੇ ਦੇ ਵਾਸਤੇ ਜਿਹੜੀਆਂ ਐਡਵਾਈਜ਼ਰੀਜ਼ ਵੀ ਜਾਰੀ ਕੀਤੀਆਂ ਗਈਆਂ ਔਰ ਇਨਫੈਕਟ ਹਜੇ ਕੈਨੇਡਾ ਦੇ ਕਿਸੇ ਵੀ ਮਿਨਿਸਟਰ ਦੇ ਵੱਲੋਂ ਖੁੱਲ੍ਹ ਕੇ ਕੋਈ ਬਿਆਨਬਾਜ਼ੀ ਜਿਹੜੀ ਹੈ ਇਹਨਾਂ ਰਿਲੇਸ਼ਨ ਦੇ ਉੱਤੇ ਉਸ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਜਿਸ ਤਰੀਕੇ ਦੀ ਭਾਰਤ ਦੇ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਬਹੁਤ ਖੁੱਲ੍ਹ ਕੇ ਕੀਤੀ ਜਾ ਰਹੀ ਹੈ। ਉਹਦਾ ਇੱਕ ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿ ਭਾਰਤ ਇਹ ਮੰਨ ਰਿਹਾ ਹੈ ਕਿ ਕੈਨੇਡਾ ਦੀ ਸਰਕਾਰ ਦੀ ਨੱਕ ਦੇ ਤਲੇ ਕੁਝ ਅਜਿਹੇ ਈਵੈਂਟਸ ਹੋ ਰਹੇ ਹੈ ਜਿਹੜੇ ਭਾਰਤ ਦੀ ਪ੍ਰਭੂਸੱਤਾ ਜਾਂ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਉੱਤੇ ਕੁਐਸਚਨ ਮਾਰਕ ਪਾਉਂਦੇ ਆ ਜਾਂ ਉਸ ਏਕਤਾ ਅਤੇ ਅਖੰਡਤਾ ਨੂੰ ਤੋੜਨ ਲਈ ਕਿਤੇ ਨਾ ਕਿਤੇ ਕੰਮ ਜਿਹੜਾ ਉਹ ਕਰ ਸਕਦੇ ਆ। ਹੁਣ ਗੱਲ ਇਹ ਹੋ ਰਹੀ ਹੈ ਕਿ ਇਹਦੇ ਵਿੱਚ ਸਭ ਤੋਂ ਵੱਡੀ ਕਿ ਰੀਸੈਂਟਲੀ ਤੁਹਾਨੂੰ ਮੈਂ ਇੱਕ ਪਿਛਲੇ ਦਿਨੀ ਜਿਹੜੀ ਇੱਕ ਕਲਿੱਪ ਉਹ ਸੁਣਾਈ ਸੀ ਜਦੋਂ ਸਾਡੇ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਮਾਨਯੋਗ ਐਸ ਜੈ ਸ਼ੰਕਰ, ਉਹਨਾਂ ਦੇ ਵੱਲੋਂ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਦੇ ਦੌਰਾਨ ਇੱਕ ਜਦੋਂ ਸਵਾਲ ਪੁੱਛਿਆ ਗਿਆ ਜਿਹੜਾ ਕੈਨੇਡਾ ਦੇ ਨਾਲ ਰਿਲੇਟਡ ਸੀ, ਰੈਫਰੈਂਡਮ ਦੇ ਨਾਲ ਰਿਲੇਟਡ ਸੀ, ਉਹਦੇ ਬਾਰੇ ਪਿਛਲੇ ਦਿਨੀ ਅਸੀਂ ਗੈਸਟ ਵੀ ਲੈ ਕੇ ਆਏ ਸੀ, ਕਾਫੀ ਉਹਦੇ 'ਤੇ ਆਪਾਂ ਗੱਲਬਾਤ ਜਿਹੜੀ ਉਹ ਕੀਤੀ ਸੀ। ਉਸ ਤੋਂ ਬਾਅਦ ਹੁਣ ਰੀਸੈਂਟਲੀ ਜਿਹੜੇ ਐਸ ਜੈ ਸ਼ੰਕਰ ਸਾਹਿਬ ਨੇ ਉਹ ਗਏ ਹੋਏ ਨੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਔਰ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਇਸ ਵੇਲੇ ਹੋਈ ਹੈ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਜਾਂ ਜਿਹੜੇ ਉੱਥੇ ਦੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਦੇ ਨਾਲ ਵੀ। ਉੱਥੇ ਵੀ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਉੱਥੇ ਉਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੇ ਕੋਲੋਂ ਇਸੇ ਮੁਤਲਕ ਸਵਾਲ ਪੁੱਛਿਆ ਗਿਆ ਨਾ, ਐਡਵਾਈਜ਼ਰੀਜ਼ ਦੇ ਮੁਤਲਕ, ਖਾਲਿਸਤਾਨ ਦੇ ਰੈਫਰੈਂਡਮ ਦੇ ਮੁਤਲਕ। ਔਰ ਐਸ ਜੈ ਸ਼ੰਕਰ ਸਾਹਿਬ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣਾ। ਔਰ ਖ਼ਾਸ ਤੌਰ 'ਤੇ ਜਿਹੜੀ ਜਾਣਕਾਰੀ ਇਹ ਆ ਰਹੀ ਹੈ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਸ਼ਾਇਦ ਛੇਤੀ ਹੀ ਬਲੈਕ ਲਿਸਟ 2.0 ਜਿਹੜੀ ਹੈ ਉਹ ਜਾਰੀ ਕਰ ਸਕਦੀ ਹੈ। ਜਿਸ ਤਰੀਕੇ ਦੀ ਪਹਿਲੀ ਬਲੈਕ ਲਿਸਟ ਸੀ, ਤੁਹਾਡੇ ਯਾਦ ਹੋਣਾ ਕਿ ਇੱਕ ਬਲੈਕ ਲਿਸਟ ਜਿਹੜੀ ਹੈ ਬਹੁਤ ਸਾਰੇ ਜਿਹੜੇ NRIs ਨੇ ਜਾਂ ਕੁਝ ਨਾਗਰਿਕ ਨੇ ਕੈਨੇਡਾ ਦੇ, ਇਹਨਾਂ ਦੇ ਖਿਲਾਫ ਇੱਕ ਕੱਢੀ ਗਈ ਸੀ ਕਾਂਗਰਸ ਦੀ ਰਜੀਮ ਦੇ ਵੇਲੇ, ਜਿਹੜੀ ਬਹੁਤ ਲੰਬੇ ਸਮੇਂ ਤੱਕ ਲਾਗੂ ਰਹੀ। ਬਹੁਤ ਸਾਰੇ ਲੋਕ ਕਈ ਦਹਾਕਿਆਂ ਤੱਕ ਆਪਣੇ ਪਿੰਡਾਂ ਨੂੰ, ਆਪਣੇ ਘਰਾਂ ਨੂੰ ਵਾਪਸ ਨਹੀਂ ਜਾ ਸਕੇ। ਬਹੁਤ ਸਾਰਿਆਂ ਦੇ ਪਰਿਵਾਰਕ ਮੈਂਬਰ ਜਿਹੜੇ ਉਹ ਵੀ ਉਨੀ ਦੇਰ 'ਚ ਕਾਰ ਚਲਾਣਾ ਕਰ ਗਏ, ਕਈਆਂ ਦੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਗਏ, ਬਹੁਤ ਕੁਛ ਹੋ ਗਿਆ, ਲੇਕਿਨ ਉਹ ਜਾ ਨਹੀਂ ਸਕੇ। ਲੇਕਿਨ 2015 ਦੇ ਵਿੱਚ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਨਹੀਂ ਭਾਈ, ਬਲੈਕ ਲਿਸਟ ਵਾਲਾ ਮਾਮਲਾ ਜਿਹੜਾ ਇਹ ਚੰਗਾ ਨਹੀਂ ਹੈ, ਲੋਕਾਂ ਨੂੰ ਵਾਪਸ ਜਾਣ ਦਿੱਤਾ ਜਾਏ। ਔਰ ਇਹਦੀ ਜਿਹੜੀ 2015 ਦੇ ਵਿੱਚ ਇਹਨੂੰ ਖ਼ਤਮ ਕੀਤਾ ਗਿਆ। ਹੌਲੀ ਹੌਲੀ ਜਿਹੜੀ ਅਪਰੋਚ ਜਿਹੜੀ ਹੈ ਉਸ ਵੇਲੇ ਦੇ ਜਿਹੜੇ ਕੌਂਸੂਲੇਟ ਸੀ ਅਮਰਜੀਤ ਸਿੰਘ, ਉਹਨਾਂ ਦੇ ਵੱਲੋਂ ਬਹੁਤ ਸਾਰੇ ਲੋਕਾਂ ਦੇ ਨਾਲ ਇੱਥੇ ਪਹੁੰਚ ਬਣਾਈ ਗਈ ਔਰ ਪਹੁੰਚ ਬਣਾ ਕੇ ਉਹਨਾਂ ਦੇ ਜਿਹੜੇ ਕੰਸਰਨ ਸੀ ਉਹ ਸੁਣੇ ਗਏ ਔਰ ਇਹ ਜਿਹੜੀ ਬਲੈਕ ਲਿਸਟ ਹੈ ਇਹਨੂੰ ਖ਼ਤਮ ਕਰ ਦਿੱਤਾ ਗਿਆ। ਲੇਕਿਨ ਹੁਣ ਦੱਸਿਆ ਜਾ ਰਿਹਾ ਕਿ ਜਿਹੋ ਜਿਹੇ ਹਾਲਾਤ ਬਣ ਰਹੇ ਆ ਦੋਹਾਂ ਮੁਲਕਾਂ ਦੇ ਵਿੱਚ, ਖਾਸ ਤੌਰ ਦੇ ਵਿੱਚ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਈਵੈਂਟ ਹੋ ਰਹੇ ਆ, ਭਾਰਤ ਸਰਕਾਰ ਦੇ ਕੋਲ ਕਹਿੰਦੇ ਕੋਈ ਆਪਸ਼ਨ ਸ਼ਾਇਦ ਨਹੀਂ ਰਹਿਣੀ ਇਹ ਬਲੈਕ ਲਿਸਟ 2.0 ਜਾਰੀ ਕਰਨ ਨੂੰ ਲੈ ਕੇ। ਲੇਕਿਨ ਇਹਦੇ ਵਿੱਚ ਕੁਝ ਨਾਨ ਰੈਜ਼ੀਡੈਂਟ ਇੰਡੀਅਨ ਜਿਹੜੇ ਨੇ, ਖਾਸ ਤੌਰ 'ਤੇ ਕੈਨੇਡੀਅਨ ਨਾਗਰਿਕ ਹੋਣਗੇ, ਕੁਝ OCI ਹੋਲਡਰਸ ਹੋਣਗੇ
ਇਹਦੇ 'ਚ ਕਈ ਐਸੇ ਨਾਮ ਨੇ ਜਿਹੜੇ ਬਹੁਤ ਵੱਡੇ ਨਾਮ ਨੇ। ਇਨਫੈਕਟ ਮੇਰੇ ਸੋਰਸਿਸ ਦਸ ਰਹੇ ਆ ਕਿ 200-250 ਤੋਂ ਜ਼ਿਆਦਾ ਨਾਮ ਜਿਹੜੇ ਨੇ ਉਹ ਆਲਰੇਡੀ ਸ਼ਾਰਟ ਲਿਸਟ ਹੋ ਚੁੱਕੇ ਆ। ਲਿਸਟਾਂ ਜਿਹੜੀਆਂ ਉਹ ਭੇਜੀਆਂ ਜਾ ਚੁੱਕੀਆਂ, ਅਪਰੂਵਲ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਆ ਕਿ ਕਹਿੰਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਵੱਲੋਂ ਅਜੇ ਵੀ ਇੱਕ ਸੌਫਟ ਕਾਰਨਰ ਰੱਖਿਆ ਗਿਆ, ਕਿਉਂਕਿ ਪਹਿਲੀ ਜਿਹੜੀ ਬਲੈਕ ਲਿਸਟ ਹੈ ਉਹ ਵੀ ਉਹਨਾਂ ਦੇ ਜਦੋਂ ਸ਼ੁਰੂਆਤ ਉਹਨਾਂ ਦੀ ਸਰਕਾਰ ਆਈ ਸੀ 2014 'ਚ, ਤੇ 2015 'ਚ ਖਤਮ ਹੋਈ ਸੀ। ਉਹ ਵੀ ਇੱਕ ਲੰਬਾ ਪ੍ਰੋਸੈਸ ਸੀ। ਬਹੁਤ ਲੋਕ ਜਿਹੜੇ ਇਸ ਬਲੈਕ ਲਿਸਟ ਦਾ ਹਿੱਸਾ ਵੀ ਰਹੇ ਸੀ, ਉਹਨਾਂ ਦੇ ਨਾਲ ਵੀ ਆਪਾਂ ਸੰਪਰਕ ਕਰਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰੀਏ। ਲੇਕਿਨ ਸਭ ਤੋਂ ਪਹਿਲਾਂ ਜਿਹੜੇ ਕਿਉਂਕਿ ਇਸ ਪੂਰਾ ਜਦੋਂ ਇਹ ਬਲੈਕ ਲਿਸਟ ਬਣੀ ਸੀ ਕਾਂਗਰਸ ਦੀ ਰਜੀਮ ਤੋਂ ਸ਼ੁਰੂ ਹੋਈ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਤੋਂ ਇਹ ਬਣੀ ਹੋਈ ਸੀ, ਔਰ ਬਹੁਤ ਪ੍ਰਭਾਵ ਜਿਹੜਾ ਇਹਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਰਿਹਾ। ਲੇਕਿਨ ਕੁੱਲ ਮਿਲਾ ਕੇ ਹੁਣ ਜਿਹੜਾ ਇਹਦਾ ਪ੍ਰਭਾਵ ਹੈ ਉਹ ਦੱਸਿਆ ਜਾ ਰਿਹਾ ਕਿ ਟੋਰਾਂਟੋ ਔਰ ਵੈਨਕੂਵਰ ਦੇ ਵਿੱਚ ਜਿਹੜੀਆਂ ਲਿਸਟਾਂ ਬਣੀਆਂ ਨੇ ਬਹੁਤ ਵੱਡੀਆਂ, ਔਰ 325 ਹੌਇ ਸਟਰੀਟ ਜਿਹੜਾ ਕੌਂਸੂਲੇਟ ਦਾ ਦਫ਼ਤਰ ਹੈ ਉੱਥੇ ਕਹਿੰਦੇ ਫ਼ੋਨ ਖੜਕਣੇ ਸ਼ੁਰੂ ਹੋ ਗਏ। ਸ਼ੁੱਕਰਵਾਰ ਤੋਂ ਇਹ ਖੜਕ ਰਹੇ ਨੇ ਫ਼ੋਨ, ਪੁੱਛਣ ਵਾਸਤੇ ਕਿਤੇ ਉਹਨਾਂ ਦਾ ਨਾਂ ਤਾਂ ਨਹੀਂ। ਇਹ ਪਤਾ ਕਰਨ ਦੀਆਂ ਕੋਸ਼ਿਸ਼ਾਂ ਮੇਰੇ ਕੁਝ ਸੋਰਸਿਸ ਜਿਹੜੇ ਮੈਨੂੰ ਦੱਸ ਰਹੇ ਆ ਕਿ ਉੱਥੇ ਧੜਾ ਧੜ ਫੋਨ ਜਿਹੜੇ ਉਹ ਕੀਤੇ ਜਾ ਰਹੇ ਆ ਕਿ ਭਾਈ ਸਾਡਾ ਨਾਂ ਨਾ ਵਿੱਚ ਪਾ ਦਿਓ, ਅਸੀਂ ਤਾਂ ਐਵੇਂ ਗਲਤੀ ਦੇ ਨਾਲ ਕੁਝ ਬਿਆਨ ਜਿਹੜੇ ਆ ਉਹ ਦੇ ਦਿੱਤੇ ਸੀ, ਕਿਸੇ ਦੇ ਮਗਰ ਲੱਗ ਕੇ ਬਿਆਨ ਦੇ ਦਿੱਤੇ ਸੀ। ਇਹ ਨਾ ਹੋਵੇ ਕਿ ਸਾਡਾ ਜਾਣਾ ਜਿਹੜਾ ਉਹ ਬੰਦ ਹੋ ਜਾਏ, ਕਿਉਂਕਿ ਐਤਕੀ ਜੇਕਰ ਇਹ ਕੋਈ ਬਲੈਕ ਲਿਸਟ ਬਣਦੀ ਹੈ ਔਰ ਅਪਰੂਵਲ ਆ ਜਾਂਦੀ ਹੈ ਤਾਂ ਸ਼ਾਇਦ ਇਹ ਲੰਬੇ ਸਮੇਂ ਵਾਸਤੇ ਇਹ ਬਲੈਕ ਲਿਸਟ ਜਿਹੜੀ ਹੈ ਉਹ ਜਾਰੀ ਰਹਿ ਸਕਦੀ ਹੈ। ਲੇਕਿਨ ਇਸੇ ਬਲੈਕ ਲਿਸਟ ਦਾ ਜਿਹੜਾ ਹਰਜਾਨਾ ਭੋਗਿਆ ਜਾਂ ਇਹਦੇ ਭੁਗਤ ਭੋਗੀ ਰਹੇ ਜਸਪਾਲ ਅਟਵਾਲ, ਇਸ ਵੇਲੇ ਉਹ ਮੇਰੇ ਨਾਲ ਨੇ। ਇਸ ਵੇਲੇ ਉਹ ਪੰਜਾਬ ਦੇ ਵਿੱਚ ਨੇ। ਉਹ ਪਹਿਲਾਂ ਬਲੈਕ ਲਿਸਟ ਦੇ ਵਿੱਚ ਹੀ ਸੀ। 2015 ਜਦੋਂ ਖਤਮ ਕੀਤੀਆਂ ਗਈਆਂ ਬਲੈਕ ਲਿਸਟ, ਉਹਨਾਂ ਤੱਕ ਵੀ ਅਪਰੋਚ ਕੀਤੀ ਗਈ ਅਧਿਕਾਰੀਆਂ ਦੇ ਵੱਲੋਂ, ਉਹਨਾਂ ਦੇ ਕੰਸਰਨ ਸੁਣੇ ਗਏ, ਉਹਨਾਂ ਦੇ ਐਕਸਪੀਰੀਅੰਸ ਕੀ ਰਹੇ ਅਸੀਂ ਅੱਗੇ ਵੀ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ। ਪਰ ਇੱਕ ਵਾਰ ਫੇਰ ਮੇਰੇ ਨਾਲ ਇਸ ਵੇਲੇ ਪੰਜਾਬ ਤੋਂ ਸ਼ਾਮਲ ਨੇ ਜਸਪਾਲ ਅਟਵਾਲ, ਉਹਨਾਂ ਦੀ ਗੱਲ ਸੁਣਦੇ ਹਾਂ ਔਰ ਉਹਨਾਂ ਦੇ ਕੋਲੋਂ ਸਮਝਦੇ ਹਾਂ ਕਿ ਜਦੋਂ ਬਲੈਕ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਸੀ ਪਿਛਲੀ ਵਾਰ, ਉਹ ਕਿਹੋ ਜਿਹਾ ਉਸ ਵੇਲੇ ਮਹਿਸੂਸ ਕਰ ਰਹੇ ਸੀ। ਅਟਵਾਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਅਟਵਾਲ ਸਾਹਿਬ, ਦੁਬਾਰਾ ਖਬਰ ਇੱਕ ਆ ਰਹੀ ਹੈ ਕਿ ਬਲੈਕ ਲਿਸਟ 2.0 ਕਿਤੇ ਭਾਰਤ ਦੀ ਸਰਕਾਰ ਲਾਗੂ ਨਾ ਕਰ ਦੇਵੇ। ਬਹੁਤ ਸਾਰੇ ਨਾਮ ਜਿਹੜੇ ਕੈਨੇਡਾ ਤੋਂ, ਖਾਸ ਤੌਰ 'ਤੇ ਵੈਨਕੂਵਰ, ਸਰੀ ਤੋਂ, ਟੋਰਾਂਟੋ ਤੋਂ, ਬਰੈਂਪਟਨ ਤੋਂ ਬਹੁਤ ਨਾਮ ਜਿਹੜੇ ਵਿੱਚ ਆ ਰਹੇ ਹੈ, ਔਰ ਕਈ ਵੱਡੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਨਾਮ ਇਹਦੇ 'ਚ ਆ ਰਹੇ ਹੈ, ਜਿਨ੍ਹਾਂ ਕੋਲ OCI ਵੀ ਹੈ, ਜਿਹੜੇ ਭਾਰਤ ਜਾਂਦੇ ਰਹੇ ਹੈ, ਉਹਨਾਂ ਦੇ ਨਾਮ ਵੀ ਵਿੱਚ ਆ ਰਹੇ ਹੈ। ਪਤਾ ਨਹੀਂ ਅੱਗੇ ਚੱਲ ਕੇ ਬਣਦਾ ਕੀ ਹੈ, ਇਹਦੇ ਬਾਰੇ ਤਾਂ ਆਪਾਂ ਅੱਗੇ ਚੱਲ ਕੇ ਡਿਸਕਸ਼ਨ ਕਰਾਂਗੇ। ਲੇਕਿਨ ਜਿਹੜੀ ਪਿਛਲੀ ਬਲੈਕ ਲਿਸਟ ਸੀ ਉਹਦੇ ਤੁਸੀਂ ਵੀ ਭੁਗਤ ਭੋਗੀ ਰਹੇ ਹੋ। ਤੁਸੀਂ ਸਾਨੂੰ ਐਕਸਪੀਰੀਅੰਸ ਦੱਸੋ ਆਪਣਾ ਕਿ ਕਿੰਨਾ ਕੁ ਮੁਸ਼ਕਲ ਹੋ ਜਾਂਦਾ ਜਦੋਂ ਇਸ ਤਰੀਕੇ ਨਾਲ ਨਾਮ ਆ ਜਾਂਦਾ, ਔਰ ਜਿਹੜੇ ਮੁਹਿੰਮ ਦੇ ਵਾਸਤੇ ਜਿਹੜੇ ਇੱਕ ਸੋਚ ਲੈ ਕੇ ਤੁਸੀਂ ਉਸ ਵੇਲੇ ਚੱਲੇ ਸੀ ਜਿਹਦੇ ਕਰਕੇ ਤੁਹਾਡਾ ਨਾਮ ਬਲੈਕ ਲਿਸਟ 'ਚ ਆਇਆ, ਕਿ ਉਹ ਕਿਸੇ ਗਰਾਊਂਡ ਰਿਐਲਿਟੀ ਦੇ ਉੱਤੇ ਕਿਤੇ ਅੱਜ ਖੜੀ ਹੈ? ਸਭ ਤੋਂ ਪਹਿਲਾਂ ਤਾਂ ਭਾਈ ਗੱਲ ਆ, ਬਿਲਕੁਲ ਤੁਸੀਂ ਜੋ ਕਹਿ ਰਹੇ ਆ, ਦੱਸ ਰਹੇ ਆ ਆਹ ਪਬਲਿਕ ਨੂੰ, ਆ ਬਿਲਕੁਲ ਸਹੀ ਗੱਲ ਆ। ਇੱਥੇ ਦਿੱਲੀ ਦੇ ਵਿੱਚ ਇਸ ਟਾਈਮ ਗਵਰਨਮੈਂਟ ਆਫ ਇੰਡੀਆ ਸੋਚ ਰਹੀ ਆ ਇਸ ਮੁੜ ਕੇ ਬਲੈਕ ਲਿਸਟ ਲਿਆਉਣ ਨੂੰ। ਔਰ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਬਿਲਕੁਲ ਹਜੇ ਵੀ ਉਹਨਾਂ ਦੀ ਢਹਿਲਿਆ, ਨਹੀਂ ਤਾਂ ਕੰਮ ਹੋ ਜਾਣਾ ਸੀਗਾ। ਤੇ ਔਰ ਜੋ ਕੁਛ ਹੋ ਰਿਹਾ ਉਹ ਰੋਂਗ ਹੋ ਰਿਹਾ। ਅਸੀਂ 1984 ਦੇ ਵਿੱਚ ਜਦੋਂ ਅਸੀਂ ਇਹਨਾਂ ਚੱਕਰਾਂ 'ਚ ਪਏ ਆ, ਚਕਾ ਕੇ ਕੁਛ ਬੰਦਿਆਂ ਨੇ ਸਾਨੂੰ ਆਹ ਕੀਤਾ ਤੇ ਅਸੀਂ ਮਗਰ ਲੱਗੇ ਔਰ ਜੇਲਾਂ ਵੀ ਕੱਟੀਆਂ, ਬਲੈਕ ਲਿਸਟ ਵੀ ਰਹੇ। ਔਰ ਉਹ ਜਿਹੜੇ ਬੰਦੇ ਸਾਡੇ ਲੀਡਰ ਸਾਹਿਬ ਇੱਥੇ ਸਰੀ ਦੇ ਵਿੱਚ ਵੀ ਆ, ਉਹ ਬੜੇ ਸੋਹਣੇ ਭਾਈ ਇੰਡੀਆ ਵੀ ਆਉਂਦੇ ਰਹੇ ਆ, ਸਭ ਕੁਛ ਕਰਦੇ ਰਹੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਈ। ਠੀਕ ਆ, ਉਹ ਆਉਂਦੇ ਸੀ, ਕੋਈ ਪਾਰਟੀ ਆਪਣਾ ਦਿੱਲੀ ਹਾਰਮੋਨੀਅਮ ਚੱਕ ਕੇ ਵਜਾ ਰਿਹਾ, ਕੋਈ ਇੱਥੇ ਜਲੰਧਰ ਦੇ ਵਿੱਚ ਆਪਣੇ ਬਰਥਡੇ ਮਨਾ ਰਹੇ ਆ ਪੁਲਿਸਮੈਨ ਨਾਲ, ਬਹੁਤ ਕੁਛ ਹੋਇਆ ਇੱਥੇ। ਮੈਂ ਸਿਰਫ ਆਹ ਗੱਲ ਕਹਿਣੀ ਚਾਹੁੰਦਾ ਕਿ ਜਿੰਨੇ ਵੀ ਆਮ ਜਨਤਾ ਆ, ਇਹਨਾਂ ਨੂੰ ਥੋੜਾ ਖਿਆਲ ਰੱਖਣਾ ਪੈਣਾ ਕਿ ਆਹ ਕਰ ਕੀ ਹੈ, ਮਤਲਬ ਇਹਨਾਂ ਤੋਂ ਬਚੋ। ਜਿਹੜੇ ਬੰਦੇ ਤੁਹਾਨੂੰ ਮਗਰ ਲਾਉਂਦੇ ਆ ਉਹਨਾਂ ਦਾ ਕੁਛ ਨਹੀਂ ਜਾਣਾ। ਇੱਥੇ ਤੁਹਾਨੂੰ ਪਤਾ ਹੋਊਗਾ ਆਹ ਜਿਹੜੀ ਬਲੈਕ ਲਿਸਟ ਕਾਂਗਰਸ ਪਾਰਟੀ ਨੇ ਲਿਆਂਦੀ ਆ, ਬਿਲਕੁਲ ਜਿੱਦਾਂ ਤੁਸੀਂ ਦੱਸ ਕੇ ਹਟੇ ਆ, ਔਰ ਉਹਦੇ ਬਾਅਦ ਸਾਡੇ ਰੇਡੀਓ ਹੋਸਟ ਵੀ ਬਲੈਕ ਲਿਸਟਾਂ 'ਚ ਰਹੇ ਆ, ਔਰ ਬੜਾ ਉਹਨਾਂ ਨੇ ਰੌਲਾ ਪਾਇਆ ਬਲੈਕ ਲਿਸਟ ਦੇ ਮਗਰ, ਪਰ ਕਿਸੇ ਨੇ ਨਹੀਂ ਸੁਣੀ ਸੀ। ਪੋਲੀਟੀਸ਼ੀਅਨ ਵੀ। ਅਟਵਾਲ ਸਾਹਿਬ ਤੁਹਾਡੇ ਕੋਲ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ। ਹੁਣ ਤੁਸੀਂ ਪੰਜਾਬ ਗਏ ਹੋ, ਤੁਹਾਨੂੰ ਕਿਹੋ ਜਿਹਾ ਉੱਥੇ ਮਾਹੌਲ ਲੱਗ ਰਿਹਾ ਇਸ ਵੇਲੇ, ਔਰ ਕੀ ਜਦੋਂ ਤੁਸੀਂ ਹੁਣ ਬਲੈਕ ਲਿਸਟ ਤੋਂ ਬਾਹਰ ਆਏ ਹੋ 2015-16 ਦੇ ਵਿੱਚ, ਜਦੋਂ ਵੀ ਉਸ ਤੋਂ ਬਾਅਦ ਕੀ ਉੱਥੇ ਜਦੋਂ ਜਿੰਨੀ ਵਾਰ ਵੀ ਤੁਸੀਂ ਗਏ ਹੋ ਤੁਹਾਨੂੰ ਮਾਹੌਲ ਕਿਹੋ ਜਿਹਾ ਲੱਗ ਰਿਹਾ? ਕੀ ਕੁਝ ਸਿਕਿਉਰਿਟੀ ਏਜੰਸੀਜ਼ ਤੁਹਾਡੇ ਪਿੱਛੇ ਘੁੰਮਦੀਆਂ? ਕੀ ਤੁਹਾਨੂੰ ਹਮੇਸ਼ਾ ਨਿਸ਼ਾਨੇ 'ਤੇ ਰੱਖਿਆ ਜਾਂਦਾ?
ਨਹੀਂ, ਬਿਲਕੁਲ ਮੈਂ ਆ ਨਹੀਂ ਕਹੂੰਗਾ, ਕੋਈ ਇੱਦਾਂ ਦਾ ਰੌਲਾ ਨਹੀਂ ਹੈਗਾ ਇੱਥੇ। ਬੜੇ ਬੜੇ ਜਿਹੜੇ ਤੁਹਾਡੇ ਖਾਲਿਸਤਾਨ ਦੇ ਲੀਡਰ ਇਸ ਟਾਈਮ ਸਰੀ 'ਚ ਆ, ਉਹ ਵੀ ਆਉਂਦੇ ਆ, ਉਹ ਵੀ ਇੱਥੋਂ ਆ ਕੇ ਪੰਜਾਬ ਗੇੜਾ ਕੱਢ ਕੇ ਜਾਂਦੇ ਆ। ਮਤਲਬ ਕੋਈ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਜਾਂ ਕੋਈ ਗੱਲ ਨਹੀਂ। ਪਰ ਜਿਹੜੇ ਇਸ ਟਾਈਮ ਹੋ ਰਿਹਾ ਪੂਰੇ ਵਰਲਡ ਦੇ ਵਿੱਚ, ਚਾਹੇ ਉਹ ਜਰਮਨ 'ਚ ਆ, ਚਾਹੇ ਕੈਨੇਡਾ ਜਾਂ ਕੈਨੇਡਾ ਮੋਸਟ ਲਾਈਕਲੀ ਜ਼ਿਆਦਾ ਆ, ਤੇ ਇੰਗਲੈਂਡ 'ਚ ਆ, ਸਾਰੇ ਪਾਸੇ ਮਤਲਬ ਜੋ ਲੋਕ ਪਹਿਲੀ ਗੱਲ ਤਾਂ ਜਿਹੜੇ ਬੰਦੇ ਲੱਗ ਰਹੇ ਆ ਨਾ, ਮਗਰ ਲਾ ਰਹੇ ਆ, ਇਹਨਾਂ ਦੇ ਮਗਰ ਕੌਣ ਆ, ਆਹ ਦੇਖਣ ਦੀ ਜ਼ਰੂਰਤ ਆ, ਸੋਚਣ ਦੀ ਜ਼ਰੂਰਤ ਆ ਕਿ IS ਦੇ ਦੇਖੋ ਵੈਨਕੂਵਰ ਦੇ ਵਿੱਚ ISI ਦੇ ਏਜੰਟ ਇੰਨੇ ਵੜ ਗਏ ਆ, ਔਰ ਆਪਣੇ ਜਿਹੜੇ ਪੋਲੀਟੀਸ਼ੀਅਨ ਆ, ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਔਰ ਉਹਨਾਂ ਨੇ ਵੀ ਪੈਸੇ ਲੈ ਕੇ ਉਹਨਾਂ ਦੀ ਸਪੋਰਟ ਕੀਤੀ। ਇੰਡੀਆ ਇੱਥੇ ਕੈਨੇਡਾ 'ਚ ਸਰੀ 'ਚ ਬੈਠੇ ਆ, ਔਰ ਪਾਕਿਸਤਾਨ ਹਜੇ ਵੀ ਪੈਸਾ ਖਰਚ ਕਰ ਰਹੀ ਇਹਨਾਂ ਬੰਦਿਆਂ ਦੇ ਉੱਤੇ ਕਿ ਤੁਸੀਂ ਆਹ ਮਤਲਬ ਇੰਡੀਆ ਦੇ ਵਿੱਚ ਟਰਬਲ ਪਾਓ, ਫਲਾਨਾ ਕਰੋ, ਪਰ ਨੁਕਸਾਨ ਆਮ ਜਨਤਾ ਦਾ। ਪਰ ਅਟਵਾਲ ਸਾਹਿਬ, ਸਾਡੇ ਕੋਲ ਇਹਦਾ ਕੋਈ ਸਬੂਤ ਨਹੀਂ ਹੈ ਕਿ ਕੋਈ ਹੋਰ ਮੁਲਕ ਜਿਹੜਾ ਇਹਦੇ ਲਈ ਪੈਸੇ ਦੇ ਰਿਹਾ, ਕੁਛ ਕਰ ਰਿਹਾ। ਲੇਕਿਨ ਜਿਹੜੀ ਚੀਜ਼ ਤੁਹਾਡੇ ਕੋਲ ਮੈਂ ਜ਼ਰੂਰ ਪੁੱਛਣੀ ਚਾਹੂੰਗਾ, ਕਿਉਂਕਿ ਤੁਸੀਂ ਇਸ ਪੂਰੇ ਸਿਨੈਰੀਓ 'ਚੋਂ ਗੁਜ਼ਰੇ ਹੋ, ਜਦੋਂ ਬਲੈਕ ਲਿਸਟ ਤੋਂ ਤੁਹਾਨੂੰ ਪਾਇਆ ਗਿਆ, ਜਿੰਨੀ ਦੇਰ ਤੁਸੀਂ ਬਲੈਕ ਲਿਸਟ ਦੇ ਵਿੱਚ ਰਹੇ, ਕੀ ਨੁਕਸਾਨ ਤੁਸੀਂ ਇਹਦੇ ਦੇਖੇ ਬਲੈਕ ਲਿਸਟ ਦੇ ਵਿੱਚ ਹੋਣ ਦੇ? ਦੇਖੋ ਜੀ, ਅਸੀਂ ਜੰਮੇ ਪਲੇ ਪੰਜਾਬ ਆਪਣੇ ਇੰਡੀਆ ਦੇ ਵਿੱਚ ਆ, ਤੇ ਇੰਡੀਆ ਸਾਡੀ ਮਾਤਰ ਭੂਮੀ ਸੀ, ਠੀਕ ਹੈ। ਅਸੀਂ ਇੱਥੇ ਆ ਨਹੀਂ ਸਕਦੇ, ਅਸੀਂ ਕਿਸੇ ਨੂੰ ਮਿਲ ਨਹੀਂ ਸਕਦੇ, ਪੁਰਾਣੀਆਂ ਯਾਦਾਂ, ਪੁਰਾਣਾ ਸਭ ਕੁਛ, ਮਤਲਬ ਹਰੇਕ ਤਰ੍ਹਾਂ ਦੇ ਮਤਲਬ ਤਕਲੀਫਾਂ ਸਹੀਆਂ। ਔਰ ਮੈਂ ਇਕੱਲਾ ਨਹੀਂ ਸੀ, ਪੋਲੀਟੀਸ਼ੀਅਨ ਵੀ ਰਹੇ ਬਲੈਕ ਲਿਸਟ ਦੇ ਵਿੱਚ, ਮੀਡੀਆ ਵਾਲੇ ਵੀ ਰਹੇ ਆ, ਆਮ ਮਤਲਬ ਲੀਡਰ ਰਹੇ। ਜਿਹੜੇ ਅਸਲੀ ਲੀਡਰ ਆ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ, ਉਦੋਂ ਵੀ ਹੁਣ ਵੀ। ਸਭ ਤੋਂ ਸੋਚਣ ਵਾਲੀ ਗੱਲ ਹੈ, ਜਿਹੜੇ ਮਤਲਬ ਖਾਲਿਸਤਾਨ ਦੇ ਨਾਰੇ ਪਿੱਛੇ ਹੋ ਕੇ ਲਵਾ ਰਹੇ ਆ ਔਰ ਜੋ ਕਰ ਰਹੇ ਆ, ਉਹਨਾਂ ਨੂੰ ਕੋਈ ਤਕਲੀਫ ਹੈਗੀ ਆ? ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ। ਪਰ ਇਹਦੇ 'ਚ ਜਿਹੜੀ ਖਾਸ ਗੱਲਬਾਤ ਹੈ ਉਹ ਤਾਂ ਇਹ ਇਸ ਵੇਲੇ ਆ ਰਹੀ ਹੈ, ਕਿਉਂਕਿ ਖਾਲਿਸਤਾਨ ਦਾ ਨਾਅਰਾ ਤਾਂ ਉੱਥੇ ਸਿਮਰਨਜੀਤ ਸਿੰਘ ਮਾਨ ਵੀ ਲਗਾ ਰਹੇ ਹੈ, ਭਾਈ ਅੰਮ੍ਰਿਤਪਾਲ ਸਿੰਘ ਉਹ ਵੀ ਉੱਥੇ ਲਗਾ ਰਹੇ ਹੈ। ਲੇਕਿਨ ਕੁੱਲ ਮਿਲਾ ਕੇ ਜੇਕਰ ਦੇਖੀਏ, ਜਿਸ ਤਰੀਕੇ ਨਾਲ ਵਾਇਲੈਂਸ ਦੀ ਗੱਲ ਕੀਤੀ ਜਾ ਰਹੀ ਹੈ, ਧਾਰਮਿਕ ਕੱਟੜਤਾ ਦੀ ਗੱਲ ਕੀਤੀ ਜਾ ਰਹੀ ਹੈ, ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਥੋਂ ਬਹਿਲਾਇਆ ਫੁਸਲਾਇਆ ਜਾ ਰਿਹਾ, ਉਸ ਤਰੀਕੇ ਨਾਲ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ, ਉਹਨੂੰ ਲੈ ਕੇ ਜਿਸ ਤਰੀਕੇ ਦੀਆਂ ਆਵਾਜ਼ਾਂ ਆ ਰਹੀਆਂ, ਜਿਸ ਤਰੀਕੇ ਦੀ ਸਰਕਾਰ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇਕਰ ਇਹ ਬਲੈਕ ਲਿਸਟ ਦੁਬਾਰਾ ਆ ਜਾਂਦੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਨੁਕਸਾਨ ਜਿਹੜਾ ਉਹ ਹੋ ਸਕਦਾ ਦੁਬਾਰਾ ਤੋਂ, ਜਿਹੜੇ ਲੋਕਾਂ ਦਾ ਨਾਮ ਇਹਦੇ 'ਚ ਆ ਸਕਦਾ? ਭਾਈ ਬਹੁਤ ਜ਼ਿਆਦਾ ਕੰਮ ਖਰਾਬ ਹੋਣਾ ਬਲੈਕ ਲਿਸਟਾਂ ਦੇ ਵਿੱਚ। ਲੋਕ ਮਤਲਬ ਜਿਨ੍ਹਾਂ ਦੇ ਦੇਖੋ, ਤੁਸੀਂ ਪਿਛਲੀ ਵਾਰ ਦੇ ਦੇਖ ਲਓ, ਜਿਹੜੇ ਬੰਦੇ ਪਿਛਲੀ ਬਲੈਕ ਲਿਸਟਾਂ ਸੀ, ਕਿਸੇ ਦੀ ਮਾਂ ਮਰ ਗਈ, ਕਿਸੇ ਦਾ ਪੇ ਮਰ ਗਿਆ, ਕਿਸੇ ਦਾ ਕੁਛ ਹੋ ਗਿਆ, ਮਤਲਬ ਕੋਈ ਆ ਸਕਿਆ? ਕੋਈ ਕਿਸੇ ਨੂੰ ਨਹੀਂ ਸੀ ਆ ਸਕਦੇ। ਮਤਲਬ ਲੋਕਾਂ ਨੇ ਬੜੇ ਮਤਲਬ ਉਹਨਾਂ ਦੀ ਮਤਲਬ ਔਖਾ ਰਿਹਾ, ਠੀਕ ਹੈ ਕਿ ਨਹੀਂ? ਔਰ ਮੈਂ ਥੈਂਕ ਯੂ ਕਰਦਾ ਇੱਕ ਬੰਦੇ ਦਾ, ਜਿਹਨੇ ਆਹ ਬਲੈਕ ਲਿਸਟ ਮਤਲਬ ਇੱਕ ਨਹੀਂ 3-4 ਬੰਦੇ ਆ ਇੱਥੇ ਆਪਣੇ ਜਿਹੜੇ ਕੌਂਸਲਰ ਜਨਰਲ ਸੀ, ਉਸ ਆਪਣੇ ਸੀਗੇ ਅਮਰਜੀਤ ਹੁਣੀ, ਇਹਨਾਂ ਨੇ ਬਹੁਤ ਯੋਗਦਾਨ ਪਾਇਆ ਬਲੈਕ ਲਿਸਟ ਦਾ ਖਤਮ ਨੂੰ। ਔਰ ਸਾਡੇ ਜਿਹੜੇ ਖਾਲਿਸਤਾਨ ਦੇ ਇੱਥੇ ਲੀਡਰ ਬੈਠੇ ਆ, ਆਹ ਚੋਰੀ ਉਹਨਾਂ ਨੂੰ ਆਫਿਸ 'ਚ ਮਿਲਦੇ ਸੀ, ਮੀਟਿੰਗਾਂ ਕਰਦੇ ਸੀ, ਔਰ ਕਿਸੇ ਨੇ ਆਪਣੀ ਤੀਵੀਂ ਦਾ, ਕਿਸੇ ਨੇ ਆਪਣੇ ਮੁੰਡਿਆਂ ਦਾ, ਕਿਸੇ ਨੇ ਇੱਥੇ ਕੁਛ ਮੀਡੀਆ ਵਾਲੇ ਵੀ ਸੀ, ਜਾ ਕੇ ਮਿਲਦੇ ਸੀ, ਸਭ ਕੁਛ। ਔਰ ਉਹਨਾਂ ਨੇ ਪੂਰਾ ਜ਼ੋਰ ਪਵਾ ਕੇ ਇਹਨਾਂ ਚੀਜ਼ਾਂ ਨੂੰ ਖਤਮ ਕਰਵਾਇਆ ਸੀ, ਠੀਕ ਹੈ। ਹੁਣ ਤੁਸੀਂ ਦੇਖੋ, ਆਹ ਕੰਮ ਫੇਰ ਦੁਬਾਰਾ ਸ਼ੁਰੂ ਹੋਣ ਲੱਗਾ। ਜਸਪਾਲ ਜੀ, ਤੁਸੀਂ ਇਸ ਵੇਲੇ ਪੰਜਾਬ 'ਚੋਂ, ਭਾਰਤ ਦੀ ਧਰਤੀ 'ਤੇ ਹੋ, ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜੇ ਕੁਝ ਲੋਕ ਇਸ ਵੇਲੇ ਜਿੰਨੇ ਵੀ ਤੁਹਾਡੀ ਆਵਾਜ਼ ਨੂੰ ਸੁਣ ਰਹੇ ਹੈ ਜਾਂ ਸਮਝ ਰਹੇ ਹੈ, ਔਰ ਜੇਕਰ ਉਹ ਕਿਸੇ ਆਈ ਸ਼ੁੱਡ ਸੇ ਕਿ ਜੇ ਉਹ ਕਿਸੇ ਗਲਤ ਹੱਥ ਦੇ ਵਿੱਚ ਪੈ ਕੇ ਕੋਈ ਇਸ ਤਰੀਕੇ ਦੇ ਕਿਸੇ ਕੋਈ ਕੰਮ ਕਰਦੇ ਆ, ਮੈਂ ਕਹਿੰਦਾ ਕਿ 10 ਵਾਰ ਸੋਚੋ ਉਸ ਚੀਜ਼ ਨੂੰ ਕਿ ਬੰਦੇ ਕੌਣ ਆ, ਕਿਹਨਾਂ ਦੇ ਤੁਸੀਂ ਮਗਰ ਲੱਗ ਰਹੇ ਆ, ਉਹਨਾਂ ਦੇ ਮਗਰ ਕੀ ਕੌਣ ਬੋਲ ਰਿਹਾ। ਆਮ ਜਨਤਾ ਨੂੰ ਸੋਚਣਾ ਚਾਹੀਦਾ। ਅਸੀਂ ਵੀ ਨਹੀਂ ਸੋਚਿਆ ਜਦੋਂ ਅਸੀਂ ਵੀ ਪਏ ਆ ਇਸ ਕੰਮ 'ਚ, ਅਸੀਂ ਆਹ ਗੱਲ ਸੋਚੀ ਨਹੀਂ ਸੀ। ਅਸੀਂ ਤਾਂ ਆਪਣੇ ਕੌਮ ਲਈ ਕਿ ਧਰਮ ਲਈ ਜੀ ਅਟੈਕ ਹੋ ਗਿਆ ਹਰਿਮੰਦਰ ਸਾਹਿਬ ਤੇ, ਸਾਨੂੰ ਜੋ ਦੱਸਿਆ ਗਿਆ, ਠੀਕ ਹੈ, ਅਸੀਂ ਉਹਦੇ ਕਰਕੇ ਮਤਲਬ ਹੋ ਗਿਆ ਦਿਮਾਗ, ਜਿਹਦਾ ਬ੍ਰੇਨ ਵਾਸ਼ ਸਾਡਾ ਹੋਇਆ, ਅਸੀਂ ਕੀਤਾ, ਠੀਕ ਹੈ। ਤੇ ਪਰ ਉਹਦੇ ਲਈ ਮਤਲਬ ਤੁਹਾਡੀ ਫੈਮਿਲੀ ਹੁਣ ਠੱਪਾ ਲਾ ਦਿੰਦੇ ਕਿ ਜੀ ਫਲਾਨਾ ਬੰਦਾ ਟੈਰੋਰਿਸਟ ਆ। ਉਸ ਟਾਈਮ ਉਹੀ ਬੰਦੇ ਲੀਡਰ ਪੈਰੀਂ ਹੱਥ ਲਾਉਂਦੇ ਸੀ, ਉਹ ਕਹਿੰਦੇ ਸੀਗੇ ਤੁਸੀਂ ਜੀ ਕੌਮ ਲਈ ਕੰਮ ਕੀਤਾ। ਤੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਕਿ ਮਤਲਬ ਕਿਸੇ ਦੇ ਮਗਰ ਲੱਗ ਕੇ ਕਿਸੇ ਗਲਤ ਕੰਮ 'ਚ ਨਾ ਪਾਓ। ਹੁਣ ਇੱਥੇ ਆਪਣੇ ਦੁਬਈ ਤੋਂ ਇੱਕ ਬੰਦਾ ਆਇਆ ਔਰ ਉਹ ਉਹੀ ਗੱਲ ਬੋਲ ਰਿਹਾ, ਚੱਕ ਦਿਓ ਜੀ, ਫਲਾਨਾ ਕਰ ਦਿਓ ਜੀ, ਆਹ ਲਾਲੇ ਆ, ਉਹ ਫਲਾਨਾ ਆ।
ਤੁਸੀਂ ਸੁਣੋ ਨੀ, ਉਹਨੇ ਪੰਜਾਬ 'ਚ ਆ ਕੇ ਪੱਗ ਬਣਾ ਲਈ, ਬੜਾ ਰੌਲਾ ਪਾਇਆ ਆ, ਆਪਣੀ ਪਬਲਿਕ ਜਿਹੜੇ ਅੱਗੇ ਮੁੰਡੇ ਮਰੇ ਆ, ਨੁਕਸਾਨ ਹੋਇਆ। ਹੁਣ ਉਹੀ ਕੰਮ ਫਿਰ ਦੁਬਾਰਾ ਨਾ ਹੋ ਜਾਵੇ, ਇਸ ਕਰਕੇ ਗਵਰਨਮੈਂਟ ਹੁਣ ਚਾਹੁੰਦੀ ਆ ਕਿ ਉਸ ਚੀਜ਼ ਨੂੰ ਸੋਚ ਰਹੇ ਆ। ਉਹ ਤਾਂ ਸਿਰਫ ਮੋਦੀ ਦੀ ਮਿਹਰਬਾਨੀ ਆ ਕਿ ਹਜੇ ਉਹਨੇ ਹਾਂ ਨਹੀਂ ਕੀਤੀ, ਪਰ ਹੋਣ ਵਾਲਾ ਹੀ ਆ ਬਹੁਤ ਜਲਦ। ਥੈਂਕ ਯੂ ਅਟਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਅਟਵਾਲ ਸਾਹਿਬ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਥੈਂਕ ਯੂ ਸੋ ਮਚ ਜੀ। ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਜੋ ਕੁਛ ਹੋ ਰਿਹਾ, ਬੇਸ਼ੱਕ ਉਹ ਚਾਹੇ ਭਾਈ ਅੰਮ੍ਰਿਤਪਾਲ ਦਾ ਅਸੀਂ ਨਾਂ ਲਈਏ ਜਾਂ ਕਿਸੇ ਦਾ ਵੀ ਲਈਏ, ਉੱਥੇ ਦੀ ਸਰਕਾਰ ਹੈ, ਉੱਥੇ ਦਾ ਕਾਨੂੰਨ ਹੈ, ਉਹ ਆਪਣੇ ਆਪ ਉਹਨੂੰ ਦੇਖੇਗਾ। ਅਸੀਂ ਉਹਦੇ 'ਚ ਨਹੀਂ ਕਹਿ ਸਕਦੇ ਕਿ ਕੀ ਕਰਨਾ ਚਾਹੀਦਾ, ਕਿਉਂਕਿ ਸਰਕਾਰ ਉੱਥੇ ਦੇਖ ਰਹੀ ਹੈ। ਸਰਕਾਰ ਉੱਥੇ ਦੇਖੇਗੀ ਕਿ ਜੇਕਰ, ਕਿਉਂਕਿ ਉੱਥੇ ਦੀ ਸੁਪਰੀਮ ਕੋਰਟ ਹੈ, ਉੱਥੇ ਦੀ ਕੋਰਟਸ ਨੇ, ਉਹਨਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜੇਕਰ ਕੋਈ ਪੀਸਫੁਲੀ ਇਸ ਤਰ੍ਹਾਂ ਦੀ ਗੱਲਬਾਤ ਕਰਦਾ ਤਾਂ ਉਹਦੇ 'ਚ ਕੋਈ ਹਰਜ਼ ਨਹੀਂ। ਲੇਕਿਨ ਜਦੋਂ ਵਾਇਲੈਂਸ ਦੀ ਗੱਲ ਆਉਂਦੀ ਹੈ, ਜਦੋਂ ਭੜਕਾਉਣ ਦੀ ਗੱਲ ਆਉਂਦੀ ਹੈ, ਉਦੋਂ ਡੈਫੀਨੇਟਲੀ ਜਿਹੜੀ ਕੋਈ ਵੀ ਸਰਕਾਰ ਹੈ, ਚਾਹੇ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਚਾਹੇ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਜਾਂ ਹੋਰ ਜਿਹੜੀਆਂ ਸਰਕਾਰਾਂ ਨੇ, ਇਹਨਾਂ ਦੇ ਵੱਲੋਂ ਸਮੇਂ ਸਮੇਂ 'ਤੇ ਜਿਹੜੀ ਸਖਤਾਈ ਹੈ ਉਹ ਫਿਰ ਕੀਤੀ ਜਾਂਦੀ ਹੈ। ਲੇਕਿਨ ਯਸ, ਇਹ ਜ਼ਰੂਰ ਹੈ ਕਿ ਜਿੱਦਾਂ ਹੀ ਇਹ ਗੱਲਬਾਤ ਸਾਹਮਣੇ ਆਈ, ਜਿੱਦਾਂ ਹੀ ਇਹ ਖਬਰ ਸ਼ੁੱਕਰਵਾਰ ਤੋਂ ਇਹ ਖਬਰ ਜਿਹੜੀ ਹੈ ਚਰਚਾਵਾਂ ਦੇ ਵਿੱਚ ਆਉਣੀ ਸ਼ੁਰੂ ਹੋਈ, ਮੇਰੇ ਕੋਲ ਵੀ ਪਹੁੰਚ ਗਈ ਸੀ। ਪ੍ਰੋਗਰਾਮ ਆਪਣੇ ਲੌਂਗ ਵੀਕਐਂਡ ਤੋਂ ਬਾਅਦ ਹੀ ਹੋਣੇ ਸੀ। ਮੇਰੇ ਤੱਕ ਜਿਹੜੀ ਜਾਣਕਾਰੀ ਆਈ ਹੈ ਕਿ 250 ਤੋਂ ਜ਼ਿਆਦਾ ਨਾਮ ਜਿਹੜੇ ਨੇ ਉਹ ਸ਼ਾਰਟ ਲਿਸਟ ਹੋ ਚੁੱਕੇ ਆ। ਬਿਲਕੁਲ ਤੁਹਾਨੂੰ ਮੈਂ ਲੇਟੈਸਟ ਜਿਹੜੀ ਜਾਣਕਾਰੀ ਦੇ ਰਿਹਾ, 250 ਤੋਂ ਜ਼ਿਆਦਾ ਨਾਮ ਜਿਹੜੇ ਸ਼ਾਰਟ ਲਿਸਟ ਹੋ ਚੁੱਕੇ ਆ, ਜਿਹਦੇ 'ਚ ਬਹੁਤ ਵੱਡੇ ਨਾਮ ਨੇ। ਔਰ ਉਹਨਾਂ ਦੇ ਵਿੱਚੋਂ ਕੁਝ ਲੋਕ ਨੇ ਜਿਹੜੇ ਇਸ ਵੇਲੇ ਘੰਟੀਆਂ ਵੀ ਖੜਕਾ ਰਹੇ ਨੇ ਔਰ ਇਹ ਪੁੱਛ ਰਹੇ ਨੇ ਕਿ ਭਾਈ ਸਾਡਾ ਨਾਮ ਵਿੱਚ ਇਹਦੇ 'ਚ ਹੈ ਤਾਂ ਨਹੀਂ। ਲੇਕਿਨ ਬਹੁਤ ਵੱਡੇ ਵੱਡੇ ਨਾਮ ਨੇ ਜਿਹੜੇ ਇਸ ਬਲੈਕ ਲਿਸਟ 2.0 ਦੇ ਵਿੱਚ ਆ ਸਕਦੇ ਆ। ਲੇਕਿਨ ਇਹਦੇ 'ਚ ਇਹ ਜ਼ਰੂਰ ਹੈ ਕਿ ਜਿਹੜੇ ਪਹਿਲੇ 2015 ਦੀ ਜਿਹੜੀ ਆਪਾਂ ਗੱਲ ਕੀਤੀ ਕਿ ਜਿਹੜੇ ਕੌਂਸਲਰ ਸੀ ਇੱਥੇ ਕੌਂਸਲੇਟ ਜਨਰਲ ਦੇ ਵਿੱਚ ਅਮਰਜੀਤ ਹੋਣੀ, ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਔਰ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਅਪਰੋਚ ਕਰਕੇ ਇਹ ਜਿਹੜੇ ਵੱਖੋ ਵੱਖਰੇ ਉਸ ਵੇਲੇ ਬਲੈਕ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਮ ਸੀ ਉਹਨਾਂ ਤੱਕ ਅਪਰੋਚ ਕੀਤੀ ਗਈ ਸੀ, ਉਹਨਾਂ ਦੇ ਕੰਸਰਨ ਸੁਣੇ ਗਏ ਸੀ। ਔਰ ਇਨਫੈਕਟ ਹੁਣ ਵੀ ਜਿਹੜੀ ਖਬਰ ਹੈ ਉਹਨਾਂ ਦੇ ਵੱਲੋਂ ਟਵਿੱਟਰ ਦੇ ਉੱਤੇ ਵੀ ਇੱਕ ਵਾਰ ਜਿਹੜੀ ਨੇਰੀ ਤੱਕ ਲਿਆ ਦਿੱਤੀ ਗਈ ਔਰ ਬਾਰ-ਬਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਇਹ ਨਾ ਹੋਏ ਕਿ ਜਿਹੜੇ ਦੌਰ ਦੇ ਵਿੱਚੋਂ ਪਹਿਲਾਂ ਉਹ ਲੋਕ ਰਹੇ ਨੇ, ਕਿਤੇ ਹੁਣ ਕੁਝ ਹੋਰ ਲੋਕ ਇਸ ਦੌਰ ਦੇ ਵਿੱਚ ਇਸ ਪੂਰੇ ਸਿਸਟਮ ਦੇ ਵਿੱਚ ਫਸ ਜਾਣ ਔਰ ਇਹ ਨਾ ਹੋਏ ਕਿ ਉਹਨਾਂ ਦੇ ਨਾਮ, ਕਿਉਂਕਿ ਇਹਦੇ 'ਚ ਖਾਸ ਤੌਰ 'ਤੇ ਇਹ ਵੀ ਦੱਸਿਆ ਜਾ ਰਿਹਾ ਕਿ ਨਾਨ ਰੈਜ਼ੀਡੈਂਟ ਇੰਡੀਅਨਸ ਦੇ ਨਾਲ ਸਟੂਡੈਂਟਸ ਜਿਹੜੇ ਪੰਜਾਬ ਤੋਂ ਇੱਥੇ ਪੜ੍ਹਾਈ ਕਰਨ ਆਏ ਆ, ਉਹ ਵੀ ਕਿਤੇ ਗਲਤ ਤਰੀਕੇ ਨਾਲ ਕਿਸੇ ਐਸੀ ਐਕਟੀਵਿਟੀ ਦੇ ਵਿੱਚ ਇੰਡਲਜ ਨਾ ਹੋ ਜਾਣ, ਵਿੱਚ ਸ਼ਾਮਲ ਨਾ ਹੋ ਜਾਣ, ਜਿਹਦੇ ਕਰਕੇ ਕੋਈ ਨੁਕਸਾਨ ਜਿਹੜਾ ਉਹ ਭੁਗਤਣਾ ਪੈ ਜਾਏ। ਦੇਖੋ, ਆਈਡੀਓਲੋਜੀ ਕੋਈ ਵੀ ਕਿਸੇ ਦੀ ਹੋ ਸਕਦੀ ਹੈ, ਕੋਈ ਵੀ ਕਿਸੇ ਨਾਲ ਜੁੜ ਸਕਦਾ। ਆਪਾਂ ਦੇਖਿਆ ਕਿ ਕੈਨੇਡਾ ਦੇ ਵਿੱਚ ਵੀ ਕਈ ਲੋਕ ਅਜਿਹੇ ਨੇ ਜਿਹੜੇ IS ਦੇ ਨਾਲ ਜਾ ਕੇ ਵੀ ਜੁੜਦੇ ਰਹੇ ਨੇ। ਤਾਲਿਬਾਨ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੇ ਜਿਹੜੇ ਕੁਝ ਆਈਡੀਓਲੋਜੀ ਸੀ ਉਹਦੇ ਮੁਤਾਬਕ ਜਾ ਕੇ ਕੰਮ ਕੀਤਾ। ਹਾਲਾਂਕਿ ਅੱਗੇ ਚੱਲ ਕੇ ਉਹਦੇ ਕੌਨਸੀਕੁਐਂਸਿਸ ਜਿਹੜੇ ਆ ਉਹ ਡੈਫੀਨੇਟਲੀ ਭੁਗਤਣੇ ਪੈਂਦੇ ਆ ਜਦੋਂ ਅਸੀਂ ਇੱਕ ਦੂਜੇ ਮੁਲਕ ਦੇ ਜਿਹੜੇ ਪ੍ਰਭੂ ਸੱਤਾ ਜਾਂ ਉੱਥੇ ਦੀ ਅਖੰਡਤਾ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰੀਏ ਜਾਂ ਕੋਈ ਇਸ ਤਰੀਕੇ ਦਾ ਕੰਮ ਕਰੀਏ। ਦੂਜੇ ਪਾਸੇ ਜਿਹੜੀ ਮੈਂ ਗੱਲ ਕੀਤੀ ਪਹਿਲੀ ਬਲੈਕ ਲਿਸਟ ਦੀ, ਉਹਨੂੰ ਜਿਹਨਾਂ ਨੇ ਖ਼ਤਮ ਕੀਤਾ, ਫਾਰਮਰ ਡਿਪਲੋਮੈਟ ਅਤੇ ਕੌਂਸਲ ਜਿਹੜੇ ਇੰਚਾਰਜ ਸੀ ਕੌਂਸਲਰ ਅਫੇਅਰਸ ਅਤੇ ਕਮਿਊਨਿਟੀ ਅਫੇਅਰਸ ਦੇ ਵੈਨਕੂਵਰ ਦੇ ਵਿੱਚ, ਸਰਦਾਰ ਅਮਰਜੀਤ ਸਿੰਘ, ਉਹਨਾਂ ਦੇ ਵੱਲੋਂ ਸੈਂਕੜੇ ਹੀ ਅਜਿਹੇ ਲੋਕ ਜਿਨ੍ਹਾਂ ਦੇ ਬਲੈਕ ਲਿਸਟ ਸਟੇਟਸ ਜਿਹੜੇ ਉਹ ਖ਼ਤਮ ਕੀਤੇ ਗਏ ਔਰ ਲੋਕ ਜਿਹੜੇ ਉਹ ਵਾਪਸ ਜਾਣਾ ਸ਼ੁਰੂ ਹੋਏ, ਉਹਨਾਂ ਦੇ ਕੋਲੋਂ ਵੀ ਇੱਕ ਵਾਰ ਸਮਝਦੇ ਹਾਂ ਕਿ ਦਰਅਸਲ ਬਲੈਕ ਲਿਸਟ ਹੁੰਦੀ ਕੀ ਹੈ ਔਰ ਕਿਸ ਆਧਾਰ ਦੇ ਉੱਤੇ ਲੋਕ ਜਿਹੜੇ ਉਹਦੇ 'ਚ ਸ਼ਾਮਲ ਕੀਤੇ ਗਏ ਸੀ ਉਸ ਵੇਲੇ ਸਰਕਾਰ ਦੇ ਵੱਲੋਂ ਔਰ ਖ਼ਤਮ ਕਿਵੇਂ ਕੀਤੇ ਗਏ ਸੀ ਉਹਨਾਂ ਦੇ ਵੱਲੋਂ, ਆਖਰਕਾਰ ਪੂਰਾ ਮੁਆਵਜ਼ਾ ਕੀ ਸੀ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਰਦਾਰ ਅਮਰਜੀਤ ਸਿੰਘ ਜੀ ਇਸ ਵੇਲੇ ਮੇਰੇ ਨਾਲ ਭਾਰਤ ਤੋਂ ਮੌਜੂਦ ਨੇ, ਜਿਹੜੇ ਕਿ ਫਾਰਮਰ ਡਿਪਲੋਮੈਟ ਨੇ, ਕਾਉਂਸਲ ਰਹੇ, ਇੰਚਾਰਜ ਸੀ ਕਾਉਂਸਲਰ ਅਫੇਅਰਸ ਅਤੇ ਕਮਿਊਨਿਟੀ ਅਫੇਅਰਸ ਵੈਨਕੂਵਰ CGI ਦਫ਼ਤਰ ਦੇ ਵਿੱਚ। ਅਮਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਮੀਰ ਜੀ। ਅਮਰਜੀਤ ਸਿੰਘ ਜੀ, ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਤੁਹਾਡਾ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ ਸੀ, ਯੋਗਦਾਨ ਰਿਹਾ ਸੀ ਇਨ 2015 ਜਦੋਂ ਬਲੈਕ ਲਿਸਟ ਖਤਮ ਕੀਤੀ ਗਈ ਸੀ, ਜਿਹੜੀ ਉਸ ਵੇਲੇ ਲਾਗੂ ਕੀਤੀ ਗਈ ਸੀ। ਉਸ ਨੂੰ ਸਾਨੂੰ ਦੱਸੋ ਕਿ ਬਲੈਕ ਲਿਸਟ ਹੁੰਦੀ ਕੀ ਹੈ? ਕਿ ਕੋਈ ਲਿਸਟ ਹੈ ਜਿਹੜੀ ਕਾਲੇ ਪੈਨ ਦੇ ਨਾਲ ਲਿਖੀ ਹੁੰਦੀ ਹੈ ਜਾਂ ਕੁਝ ਨਾਮ ਅਜਿਹੇ ਨੇ ਜਿਹੜੇ ਕਾਲੇ ਪੈਨ ਦੇ ਨਾਲ ਸਟ੍ਰਾਈਕ ਆਊਟ ਕੀਤੇ ਹੁੰਦੇ ਨੇ? ਦੇਖੋ ਸਮੀਰ ਜੀ, ਇਹ ਸਿੱਧਾ ਜੀਵਨ ਦਾ ਇੱਕ ਫਲਸਫਾ ਹੈਗਾ ਹੈ। ਜੇ ਮੈਂ ਤੁਹਾਡੇ ਘਰ ਆਉਣਾ ਚਾਹੁੰਦਾ ਹਾਂ ਤੇ ਨੈਚੁਰਲੀ ਆਈ ਹੈਵ ਟੂ ਰਿਸਪੈਕਟ ਯੂ, ਆਈ ਹੈਵ ਟੂ ਰਿਸਪੈਕਟ ਯੂਅਰ ਵੈਲਿਊਜ਼ ਐਂਡ ਆਈ ਕੈਨ ਨੋਟ ਅਬਿਊਜ਼। ਮੈਂ ਇਹ ਵੀ ਨਹੀਂ ਕਰ ਸਕਦਾ ਕਿ ਤੁਹਾਨੂੰ ਗਾਲਾਂ ਵੀ ਕੱਢਾਂ ਤੇ ਤੁਹਾਡੇ ਘਰ ਵੀ ਆਵਾਂ। ਆਈ ਵਿਲ ਨੋਟ ਬੀ ਪਰਮਿਟਡ, ਆਈ ਵਿਲ ਨੋਟ ਬੀ ਵੈਲਕਮ। ਸੋ ਬਲੈਕ ਲਿਸਟ ਮੈਂ ਸਿੱਧੀ ਇੱਕ ਸਰਲ ਅਰਥਾਂ ਦੇ ਵਿੱਚ ਪ੍ਰਯਾਸ ਕੀਤਾ ਦੱਸਣ ਦਾ ਕਿ ਜਦੋਂ ਤੁਸੀਂ ਇੱਕ ਆਪਣੀ ਮਾਤਰ ਭੂਮੀ ਨੂੰ ਗਾਲਾਂ ਕੱਢਣ ਲੱਗ ਜਾਓ ਤੇ ਐਟ ਦਾ ਸੇਮ ਟਾਈਮ ਯੂ ਵਾਂਟ ਟੂ ਗੋ ਦੇਅਰ, ਤੁਸੀਂ ਉੱਥੇ ਜਾਣਾ ਵੀ ਚਾਹੁੰਦੇ ਹੋ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨਾ ਕਿ ਦੋਵੇਂ ਹੱਥਾਂ 'ਚ ਲੱਡੂ, ਉਹ ਨਹੀਂ ਚੱਲਦੇ ਫਿਰ।
ਤੇ ਇੱਕ ਕਾਫੀ ਇੱਕ ਦੁਖਦ ਅਧਿਆਇ ਸੀਗਾ। ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕੀਤੀ ਹੈ ਆਪਣੇ ਕਈ ਦੋਸਤਾਂ ਨਾਲ ਕਿ ਦੁਖਦ ਅਧਿਆਇ ਸੀਗਾ ਕਿ ਜਿਹੜੀ ਇਹ ਸਰਕਾਰ ਦੇ ਆਉਣ ਤੋਂ ਬਾਅਦ 2015 'ਚ ਇੱਕ ਪੋਜ਼ਿਟਿਵ ਨਜ਼ਰੀਏ ਦੇ ਨਾਲ ਉਹ ਪੂਰੀ ਸਮੱਸਿਆ ਨੂੰ ਉਹਦੇ ਹੋਲਿਸਟਿਕ ਵਿਊ ਇੱਕ ਲਿਆ ਗਿਆ ਤੇ ਇਹ ਸਮਝਿਆ ਗਿਆ ਕਿ ਕਿਤੇ ਨਾ ਕਿਤੇ ਸਿੱਖਾਂ ਦੀ ਭਾਵਨਾਵਾਂ ਵੀ ਕਾਫੀ ਹੱਦ ਤੱਕ ਹਰਟ ਸੀਗੀਆਂ ਤੇ ਇੱਕ ਮਰਮ ਲਗਾਉਣ ਦੀ ਕੋਸ਼ਿਸ਼ ਕੀਤੀ ਇੱਕ ਜੈਨੂਅਨ ਤਰੀਕੇ ਦੇ ਨਾਲ ਤੇ ਉਹਨੂੰ ਕਈ ਲੋਕਾਂ ਨੇ ਗਲਤ ਸਮਝਿਆ। ਇਹ ਵੀਕਨੈਸ ਨਹੀਂ ਸੀਗੀ ਸਰਕਾਰ ਦੀ, ਇਹ ਸਰਕਾਰ ਦੀ ਇੱਕ ਬਹੁਤ ਵੱਡੀ ਸਟਰੈਂਥ ਸੀਗੀ। ਉਹਨਾਂ ਦੀ ਇੱਕ ਬਹੁਤ ਵੱਡਾ ਦਿਲੇਰੀ ਭਰਾ ਪ੍ਰਯਾਸ ਸੀਗਾ ਇੱਕ ਬਹਾਦਰ ਕੌਮ ਨੂੰ ਜਿਹੜੇ ਜਿਨ੍ਹਾਂ ਦੇ ਗੁਰੂਆਂ ਦੀ ਇਹ ਧਰਤੀ ਹੈ, ਜਿਹੜੇ ਇੱਥੇ ਕਈ ਸ਼ਤਕਾਂ ਤੋਂ ਕਈ ਦਸ਼ਕਾਂ ਤੋਂ ਨਹੀਂ ਸੀ ਆ ਸਕੇ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ, ਕੱਲ ਮੈਂ ਆਪਣੇ ਟਵੀਟ 'ਚ ਵੀ ਲਿਖਿਆ, ਐਸੇ ਬਹੁਤ ਜੇ ਲੋਕੀ ਸੀਗੇ ਕਿ ਜਿਸ ਟਾਈਮ ਮੈਂ ਉਹਨਾਂ ਨੂੰ ਵੀਜ਼ਾ ਇਸ਼ੂ ਕੀਤਾ ਉਹ ਰੀਅਲੀ ਸਪੀਕਿੰਗ ਮੇਰੇ ਸਾਹਮਣੇ ਆ ਕੇ ਬੈਠ ਕੇ ਭੁੱਬਾਂ ਮਾਰ ਕੇ ਰੋਣ ਲੱਗ ਗਏ। ਮੈਨੂੰ ਔਖਾ ਹੋ ਗਿਆ ਉਹਨਾਂ ਨੂੰ ਸਾਹਮਣਾ। ਐਂਡ ਦੇ ਸੈਡ ਕਿ ਸਰ ਸਾਡੇ ਫਾਦਰ ਸਾਹਿਬ ਦੀ ਡੈਥ ਤੋਂ 32 ਸਾਲ 33 ਸਾਲ ਪਹਿਲਾਂ ਹੋ ਗਈ। ਉਹਨਾਂ ਦੀਆਂ ਅਸਥੀਆਂ ਅਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਕਿ ਉਹਨਾਂ ਦੀ ਆਖਰੀ ਖੁਆਇਸ਼ ਸੀਗੀ ਕਿ ਮੇਰੀ ਅਸਥੀਆਂ ਤੁਸੀਂ ਕੀਰਤਪੁਰ ਸਾਹਿਬ ਜਾ ਕੇ ਤੇ ਪ੍ਰਵਾਹ ਕਰਨੀਆਂ ਨੇ। ਤੇ ਮੈਂ ਕਿਹਾ ਤੁਸੀਂ ਹਜੇ ਤੱਕ ਰੱਖੀਆਂ ਹੋਈਆਂ ਨੇ? ਐਂਡ ਦੇ ਸੈਡ ਕਿ ਯੈਸ ਐਂਡ ਆਈ ਆਲਸੋ ਗੋਟ ਇਮੋਸ਼ਨਲ ਐਟ ਦੈਟ ਪੁਆਇੰਟ। ਤੇ ਮੇਰੀ ਉਹਨਾਂ ਨੂੰ ਸਿਰਫ ਇਹੋ ਹੀ ਬੇਨਤੀ ਸੀਗੀ ਕਿ ਭਰਾਵੋ ਹੁਣ ਕੋਈ ਇਹੋ ਜਿਹਾ ਕੰਮ ਨਾ ਕਰਨਾ। ਉਸ ਟਾਈਮ ਗਲਤੀ ਕਿਹਦੀ ਸੀਗੀ? ਸਰਕਾਰ ਦੀ ਸੀਗੀ, ਤੁਹਾਡੀ ਸੀਗੀ। ਜੋ ਵੀ ਹੋਇਆ ਉਹ ਇੱਕ ਉਹਨੂੰ ਆਪਾਂ ਪਿੱਛੇ ਛੱਡ ਦਈਏ, ਲੈਟਸ ਮੂਵ ਫਾਰਵਰਡ। ਤੇ ਮੈਂ ਇਹ ਗੱਲ ਆਪਣੇ ਟਵੀਟ ਦੇ ਵਿੱਚ ਵੀ ਲਿਖੀ, ਫਿਰ ਦੁਹਰਾਉਣਾ ਚਾਹਾਂਗਾ ਕਿ ਉਹਨਾਂ ਚੋਂ 80 ਤੋਂ 90% ਲੋਕਾਂ ਨੂੰ ਜਿਹੜੇ ਉਸ ਟਾਈਮ ਬਲੈਕ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਮ ਸੀਗਾ, ਜਿਨ੍ਹਾਂ ਦਾ ਨਾਮ ਅਸੀਂ ਹਟਾ ਕੇ ਤੇ ਵੀਜ਼ਾ ਦਿੱਤੇ, ਉਹ ਅੱਜ ਵੀ ਉਹ ਠੀਕ ਹੈਗੇ ਨੇ। ਲੇਕਿਨ ਅਨਫੋਰਚੂਨੇਟਲੀ ਕੀ ਹੋਇਆ ਓਵਰ ਅ ਪੀਰੀਅਡ ਕਿ ਕੁਛ ਜਿਹੜੇ ਉੱਥੇ ਨਵੇਂ ਇੱਕ ਪਨੀਰੀ ਐਸੀ, ਕਿਉਂਕਿ ਉਹਨਾਂ ਨੂੰ ਬਚਪਨ ਤੋਂ ਹੀ ਭਾਰਤ ਦੇ ਖਿਲਾਫ ਉਹਨਾਂ ਦੇ ਕੰਨਾਂ ਦੇ ਵਿੱਚ ਇੱਕ ਜ਼ਹਿਰ ਘੋਲਿਆ ਗਿਆ। ਸ਼ੁਰੂ ਤੋਂ ਹੀ ਇਹ ਦੱਸਿਆ ਗਿਆ ਕਿ ਭਾਰਤ ਦੀ ਜਿਹੜੀ ਭੂਮੀ ਹੈ, ਇੱਥੋਂ ਦੀ ਸਰਕਾਰ ਹੈ, ਉਹ ਕਿਸ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ ਜਾਂ ਜੋ ਵੀ ਕਰਦੀ ਹੈ। ਉਸ ਚੀਜ਼ ਨੂੰ ਲੈ ਕੇ ਉਹ ਇੰਨੇ ਜ਼ਿਆਦਾ ਪ੍ਰੀ ਕਨਸੀਵਡ ਹੋ ਚੁੱਕੇ ਨੇ ਕਿ ਉਹ ਭਾਰਤ ਦਾ ਨਾਂ ਸੁਣ ਕੇ ਹੀ ਉਹਨਾਂ ਦੇ ਦਿਲ ਦੇ ਵਿੱਚ ਐਸਾ ਖੌਫ ਜਾਂ ਐਸਾ ਇੱਕ ਦਵੇਸ਼ ਪੈਦਾ ਹੋ ਜਾਂਦਾ ਹੈ, ਜੋ ਕਿ ਬਹੁਤ ਅਨਫੋਰਚੂਨੇਟ ਸਿਚੁਏਸ਼ਨ। ਮੈਂ ਅਮਰਜੀਤ ਜੀ ਤੁਹਾਡੇ ਤੋਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੂੰਗਾ ਕਿ ਡਿਊਰਿੰਗ ਯੋਰ ਟੈਨਿਓਰ, ਤੁਸੀਂ 2014 ਤੋਂ 2018 ਇਫ ਆਈ ਐਮ ਨਾਟ ਰੋਂਗ ਤੁਸੀਂ ਇੱਥੇ ਸਰਵ ਕੀਤਾ 4 ਸਾਲ। ਉਸ ਦੌਰਾਨ ਜਦੋਂ ਤੁਸੀਂ ਇਹ ਕਾਲੀ ਸੂਚੀ ਖਤਮ ਕਰ ਰਹੇ ਸੀ, ਤੁਸੀਂ ਮਿਲਦੇ ਸੀ ਤਾਂ ਕੀ ਕੰਸਰਨ ਦੱਸੇ ਜਾਂਦੇ ਸੀ ਜਿਹੜੇ ਲੋਕ ਕਾਲੀ ਸੂਚੀ ਜਿਨ੍ਹਾਂ ਦੇ ਨਾਂ ਸੀ? ਦੇਖੋ, ਪਹਿਲੀ ਗੱਲ ਤੇ ਇੱਕ ਗੱਲ ਸਾਫ਼ ਕਰ ਦਵਾਂ ਕਿ ਜੋ ਵੀ ਹੋਇਆ ਇਹ ਸਰਕਾਰ ਦੀ ਹਿਦਾਇਤਾਂ ਦੇ ਮੁਤਾਬਿਕ ਸੀਗਾ। ਮੇਰੀ ਜਗ੍ਹਾ ਤੇ ਸ਼ਾਇਦ ਕੋਈ ਹੋਰ ਅਫਸਰ ਹੁੰਦਾ ਤੇ ਉਹ ਵੀ ਇਹ ਕਰਦਾ। ਲੇਕਿਨ ਮੇਰਾ ਤੁਸੀਂ ਇਹ ਕਹਿ ਸਕਦੇ ਕੰਟਰੀਬਿਊਸ਼ਨ, ਸਿੰਸ ਆਈ ਐਮ ਆਲਸੋ ਫਰੋਮ ਦਾ ਸੇਮ ਕਮਿਊਨਿਟੀ, ਮੈਂ ਵੀ ਇਸ ਕਮਿਊਨਿਟੀ ਤੋਂ ਹੈਗਾ ਤੇ ਮੈਂ ਇੱਕ ਦਿਲੀ ਤੌਰ ਤੇ ਇੱਕ ਓਨੈਸਟ ਪ੍ਰਯਾਸ ਕੀਤਾ ਕਿ ਜੋ ਸਰਕਾਰ ਦੀ ਹਿਦਾਇਤਾਂ ਹੈਗੀਆਂ ਸੀ ਉਹਨਾਂ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪੂਰੇ ਦਿਲੋਂ ਦਿਮਾਗ ਨਾਲ। ਅੱਛਾ, ਉਹਦੇ ਵਿੱਚ ਜਿਹੜੇ ਕਾਰਨ ਸੀਗੇ ਉਹਦੇ 'ਚ ਮੈਂ ਜੇ ਖੁੱਲ੍ਹ ਕੇ ਇਹ ਗੱਲ ਕਹਿਣੀ ਚਾਹਵਾਂ, ਹਾਲਾਂਕਿ ਹੋ ਸਕਦਾ ਕਈਆਂ ਨੂੰ ਠੀਕ ਨਾ ਲੱਗੇ, ਉਹਦੇ 'ਚ ਕਈ ਤੇ ਜੈਨੂਅਨਲੀ ਜਿਹੜੇ ਸੀਗੇ ਉਹ ਵਾਕਈ 'ਚ ਉਸ ਲਾਇਕ ਸੀਗੇ ਕਿ ਉਹਨਾਂ ਦਾ ਨਾਮ ਉਹਦੇ 'ਚ ਪਾਇਆ ਜਾਏ, ਉਹਦੇ 'ਚ ਹੋਣਾ ਚਾਹੀਦਾ ਸੀਗਾ। ਲੇਕਿਨ ਕਈਆਂ ਦੇ ਐਸੇ ਸੀਗੇ ਕਿ ਕਿਸੇ ਨੇ ਕਿਤੇ ਉਹ ਵਿਅਕਤੀ ਤੇ ਉੱਥੇ ਗਿਆ ਕਿਸੇ ਹੋਰ ਇਵੈਂਟ ਨੂੰ ਸੋਚ ਕੇ ਕਿ ਗੁਰਦੁਆਰਾ ਸਾਹਿਬ 'ਚ ਕੋਈ ਇਵੈਂਟ ਹੈਗਾ ਹੈ, ਤੇ ਲੇਕਿਨ ਉੱਥੇ ਜਾ ਕੇ ਜਦੋਂ ਉਹਨੇ ਦੇਖਿਆ ਕਿ ਦੂਸਰੇ ਤਰ੍ਹਾਂ ਦੇ ਮਤਲਬ ਨਾਰੇ ਲੱਗ ਰਹੇ ਨੇ ਜਾਂ ਸਪੀਚਿਸ ਦਿੱਤੀਆਂ ਜਾ ਰਹੀਆਂ ਨੇ ਜਾਂ ਉੱਥੇ ਭਾਸ਼ਣ ਦਿੱਤੇ ਜਾ ਰਹੇ ਨੇ, ਤੇ ਉਹਦਾ ਵੀ ਨਾਂ ਜੇ ਕਿਸੇ ਨੇ ਆ ਕੇ ਲੈ ਲਿਆ। ਤੇ ਇਹੋ ਜਿਹੇ ਵੀ ਕਈ ਨਾਮ ਸੀਗੇ ਜਿਹੜੇ ਗਲਤੀ ਨਾਲ ਅਫਸਰਾਂ ਨੇ ਪਾ ਦਿੱਤੇ, ਜੋ ਕਿ ਇੱਕ ਨਾਇਨਸਾਫੀ ਸੀਗੀ। ਲੇਕਿਨ ਕਮਿਊਨਿਟੀ ਤੇ ਕੌਂਸੂਲੇਟ ਦੇ ਵਿੱਚ ਜਾਂ ਭਾਰਤ ਸਰਕਾਰ ਦੇ ਜਿਹੜੇ ਉਸ ਟਾਈਮ ਨੁਮਾਇੰਦੇ ਸੀਗੇ, ਇੰਨਾ ਜ਼ਿਆਦਾ ਵਕਫਾ ਉਹਨਾਂ 'ਚ ਪੈ ਗਿਆ ਸੀਗਾ, ਇੰਨਾ ਜ਼ਿਆਦਾ ਗੈਪ ਆ ਚੁੱਕਿਆ ਸੀ, ਇੰਨੇ ਜ਼ਿਆਦਾ ਮਤਭੇਦ ਪੈਦਾ ਹੋ ਚੁੱਕੇ ਸੀਗੇ ਕਿ ਦੇ ਵਰ ਨਾਟ ਈਵਨ ਔਨ ਟਾਕਿੰਗ ਟਰਮਸ। ਇੱਕ ਦੂਸਰੇ ਨਾਲ ਗੱਲ ਵੀ ਨਹੀਂ ਸੀ ਕਰ ਪਾਉਂਦੇ, ਇੱਕ ਦੂਸਰੇ ਤੋਂ ਡਰਦੇ ਸੀ ਜਾਂ ਕੀ ਗੱਲ ਸੀਗੀ। ਤੇ ਉਹ ਇੱਕ ਬਹੁਤ ਜ਼ਰੂਰੀ ਸੀਗਾ ਜਿਹਨੂੰ ਅਸੀਂ ਕਹਿੰਦੇ ਕਿ ਟਰਸਟ ਬਿਲਡਿੰਗ। ਮੇਰਾ ਪ੍ਰਯਾਸ ਆਪਣੇ ਜਿਹੜੇ ਕਾਰਜਕਾਲ 'ਚ ਇਹ ਹੋਇਆ ਕਿ ਉੱਥੇ ਜਿਹੜੇ ਜੋ ਵੀ ਵਿਅਕਤੀ ਹੈਗਾ ਐਟਲੀਸਟ ਉਹਨਾਂ ਨੂੰ ਸੁਣਾ ਤੇ ਸਹੀ, ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹੋਵਾਂ ਨਾ ਹੋਵਾਂ, ਮੇਰੀ ਸਰਕਾਰ ਦੀ ਪਾਲਿਸੀਜ਼ ਨਾਲ ਉਹ ਸਹਿਮਤ ਹੋਣ ਕਿ ਨਾ ਹੋਣ, ਉਹ ਇੱਕ ਦਿਗਰ ਗੱਲ ਹੈ।
ਲੇਕਿਨ ਕਮ ਸੇ ਕਮ ਇੱਕ ਜਿਹੜਾ ਡਾਇਲੋਗ ਪ੍ਰੋਸੈਸ ਹੁੰਦਾ ਹੈ ਉਹ ਤੇ ਤੁਸੀਂ ਆਪਣੇ ਦੁਸ਼ਮਣ ਨਾਲ ਵੀ ਕਰਦੇ ਹੋ। ਤੇ ਇਹ ਸਰਕਾਰ ਦੀ ਅਪਰੋਚ ਸੀਗੀ ਕਿ ਇਹ ਤੇ ਸਾਡੇ ਫਿਰ ਆਪਣੇ ਨੇ, ਇਹ ਉਸ ਕੌਮ ਤੋਂ, ਉਸ ਪੰਥ ਤੋਂ, ਉਸ ਕਮਿਊਨਿਟੀ ਤੋਂ ਹੈਗੇ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਰੱਖਿਆ ਕਰਨ ਲਈ, ਜਿਨ੍ਹਾਂ ਦੇ ਗੁਰੂਆਂ ਨੇ ਇਸ ਦੇਸ਼ ਦੀ ਰੱਖਿਆ ਕਰਨ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤੇ ਅਸੀਂ ਇਹਨਾਂ ਨਾਲ ਕਿਉਂ ਨਾ ਗੱਲ ਕਰੀਏ। ਉਹਦੇ ਪਿੱਛੇ ਇੱਕ ਬੇਸਿਕ ਆਈਡੀਆ ਉਹ ਸੀਗਾ। ਜੀ ਅਮਰਜੀਤ ਜੀ, ਡੈਫੀਨੇਟਲੀ ਅਸੀਂ ਤੁਹਾਡੇ ਕੋਲ ਇਹ ਵੀ ਪੁੱਛਣਾ ਚਾਹਾਂਗੇ ਕਿ ਜਦੋਂ ਇਸ ਤਰੀਕੇ ਦੀ ਕੋਈ ਲਿਸਟ ਬਣਦੀ ਹੈ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਜਦੋਂ ਲਿਸਟ ਬਣਦੀ ਹੈ ਤਾਂ ਸਰਕਾਰ ਕਿੰਨੀ ਕੁ ਸਖਤਾਈ ਕਰ ਦਿੰਦੀ ਹੈ, ਕੀ ਇਹਦੇ 'ਚ ਹੋ ਸਕਦਾ? ਦੇਖੋ ਸਮੀਰ ਜੀ, ਇਹਦੇ ਵਿੱਚ ਇੱਕ ਕਾਫੀ ਇੰਪੋਰਟੈਂਟ ਸਵਾਲ ਪੁੱਛਿਆ ਹੈ। ਦੇਖੋ ਹੁਣ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਹੋ ਰਹੇ ਨੇ ਜਾਂ ਕੁਝ ਲੋਕੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੇ ਨੇ, ਉਹ ਇੱਕ ਦੁਖਦ ਨੇ। ਇਹਦੇ ਵਿੱਚ ਸਰਕਾਰ, ਆਈ ਐਮ ਵੈਰੀ ਸ਼ੋਰ ਕਿ ਜੇ ਅੱਗੇ ਤੋਂ, ਮੈਨੂੰ ਨਹੀਂ ਪਤਾ, ਆਈ ਐਮ ਨੋਟ ਪ੍ਰੀਵੀ ਟੂ ਦੀ ਗਵਰਨਮੈਂਟ ਡਿਸੀਜ਼ਨ ਐਜ਼ ਆਫ ਨਾਓ ਕਿ ਕੀ ਹੋਣਾ ਹੈ, ਲੇਕਿਨ ਜੇ ਇਸ ਤਰ੍ਹਾਂ ਕੁਝ ਹੁੰਦਾ ਹੈ ਤੇ ਉਹਦੇ ਵਿੱਚ ਆਈ ਐਮ ਵੈਰੀ ਸ਼ੋਰ ਜਿਹੜਾ ਵੀ ਅਫਸਰ ਮੌਕੇ ਦਾ ਹੋਏਗਾ ਜੋ ਇੱਕ ਫੈਸਲਾ ਲਏਗਾ ਉਹ ਬੜਾ ਸੋਚ ਸਮਝ ਕੇ ਇਹਦੇ 'ਚ ਲਏਗਾ। ਇਸ ਤਰ੍ਹਾਂ ਨਹੀਂ ਹੋਣਾ ਕਿ ਕਿਸੇ ਦਾ ਵੀ ਨਾਮ ਉਹਦੇ ਚੁੱਕ ਕੇ ਪਾ ਦਿੱਤਾ ਜਾਏ, ਉਹਦਾ ਇਤਿਹਾਸ ਕੱਢਿਆ ਜਾਏਗਾ, ਉਹਦੇ ਕਈ ਇਹੋ ਜਿਹੇ ਵਾਕਿਆ ਸਾਹਮਣੇ ਆਉਣਗੇ ਤਦ ਹੀ ਉਹਦੇ 'ਚ ਨਾਮ ਜਾਏਗਾ। ਇਹ ਇਸ ਤਰ੍ਹਾਂ ਨਹੀਂ ਹੋਣਾ ਕਿ ਐਵੇਂ ਕਿਸੇ ਨੇ ਕਹਿਤਾ ਤੇ ਉਹਦੇ 'ਚ ਪਾ ਦਿੱਤਾ। ਮਤਲਬ ਕੋਈ ਵਿਅਕਤੀ ਜਾਣਬੁੱਝ ਕੇ ਕਿਸੇ ਦਾ ਨਾਂ ਨਹੀਂ ਪਵਾ ਸਕਦਾ, ਇਹ ਤੇ ਪੂਰੇ ਤਰੀਕੇ ਨਾਲ ਥੋਰੋ ਇਨਵੈਸਟੀਗੇਸ਼ਨ ਤੋਂ ਬਾਅਦ ਨਾਮ ਪਏਗਾ। ਮੈਂ ਇਹ ਪੂਰੀ ਆਸ ਕਰਨਾ ਹੈ ਕਿ ਇਸ ਤਰ੍ਹਾਂ ਹੋਏਗਾ, ਪੂਰਾ ਡਿਊ ਡਿਲੀਜੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਤੇ ਵਰਤਿਆ ਜਾਏਗਾ। ਮੈਂ ਇੱਕ ਗੱਲ ਹੋਰ ਇੱਥੇ ਸਾਰੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗਾ, ਉਹ ਇਹ ਹੈਗਾ ਕਿ ਬਲੈਕ ਲਿਸਟ ਦੇ ਵਿੱਚ ਨਾਂ ਪੈਣਾ ਬਹੁਤ ਆਸਾਨ ਹੈ, ਲੇਕਿਨ ਉਹਨੂੰ ਕੱਢਣਾ ਕਿੰਨਾ ਔਖਾ ਹੈ ਇਸ ਚੀਜ਼ ਦਾ ਮੈਂ ਖੁਦ ਐਕਸਪੀਰੀਅੰਸ ਮੈਂ ਕੀਤਾ ਹੈਗਾ। ਕਈ ਵਾਰੀ ਕਈਆਂ ਦੇ ਨਾਮ ਕਢਵਾਉਣ ਨੂੰ 3-3, 4-4 ਮਹੀਨੇ ਕ੍ਰਿਸ ਕ੍ਰਾਸ ਹੁੰਦੀ ਸੀਗੀ, ਕੋਰੈਸਪੋਂਡੈਂਸ ਹੁੰਦੀ ਸੀਗੀ, ਦੱਸਣਾ ਪੈਂਦਾ ਸੀਗਾ ਕਿ ਇਹਦਾ ਕੀ ਬੈਕਗਰਾਉਂਡ ਸੀ, ਕੀ ਪ੍ਰਿਸ਼ਠਭੂਮੀ ਸੀ, ਕਿਉਂ ਇਸ ਵਿਅਕਤੀ ਦਾ ਨਾਮ ਪਿਆ। ਬਟ ਸਦਕੇ ਹੈ ਇਸ ਸਰਕਾਰ ਦੇ ਕਿ ਜਿਨ੍ਹਾਂ ਨੇ ਇੰਨਾ ਕੁਝ ਸਹਿਣ ਦੇ ਬਾਵਜੂਦ, ਹਾਲਾਂਕਿ ਉਹ ਇੱਕ ਵੱਖਰੀ ਗੱਲ ਹੈ ਕਿ ਲੋਕਾਂ ਨੇ, ਕਈਆਂ ਨੇ ਉਹਦਾ ਕ੍ਰੈਡਿਟ ਨਹੀਂ ਦਿੱਤਾ, ਲੇਕਿਨ as a responsible person, as an officer who actually dealt with the issue, ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਕੁਝ ਐਸਾ ਹੋਇਆ ਜਿਹਦੇ ਲਈ ਸਾਨੂੰ ਇਸ ਸਰਕਾਰ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਤੇ ਸਾਡਾ ਪ੍ਰਯਾਸ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਉਸ ਮੁਲਕ ਦੇ ਨਾਲ, ਜਿਹੜੀ ਸਾਡੀ ਗੁਰੂਆਂ ਦੀ ਧਰਤੀ ਹੈ, ਜਿਹੜੇ ਸਾਡੇ ਬਜ਼ੁਰਗਾਂ ਦੀ ਧਰਤੀ ਹੈ, ਜਿਹੜੇ ਸਾਡੇ ਮਾਂ-ਪਿਓ ਦੀ ਧਰਤੀ ਹੈ, ਜਿਹੜੇ ਧਰਤੀ ਤੇ ਅਸੀਂ ਜਨਮ ਲਿਆ, ਜਿਹਦੇ ਧਰਤੀ ਤੇ ਸਾਡੇ ਮਾਂ-ਪਿਓ ਨੇ ਜਨਮ ਲਿਆ, ਜਿਹੜੀ ਧਰਤੀ ਤੇ ਸਾਡੇ ਬੱਚਿਆਂ ਨੇ ਜਨਮ ਲਿਆ, ਜਿੱਥੇ ਅਸੀਂ ਪੜ੍ਹੇ ਲਿਖੇ, ਜਿੱਥੇ ਅਸੀਂ ਕਮਾਉਂਦੇ ਹਾਂ, ਜਿੱਥੇ ਅਸੀਂ ਖਾਂਦੇ ਹਾਂ, ਉੱਥੋਂ ਦਾ ਸਨਮਾਨ ਕਰੀਏ। ਗੁਰਦਾਸ ਮਾਨ ਸਾਹਿਬ ਦਾ ਇੱਕ ਗਾਣਾ ਬਹੁਤ ਵਧੀਆ ਹੈਗਾ ਹੈ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਨੀਦਾ। ਥੈਂਕ ਯੂ ਸੋ ਮਚ ਅਮਰਜੀਤ ਸਿੰਘ ਜੀ। ਖਾਈਦਾ ਜਿੱਥੇ ਜੰਮੇ ਹੋਈਏ, ਨਾ ਉਹਦਾ ਤੇ ਨਾ ਉਹਦਾ। ਥੈਂਕ ਯੂ ਸੋ ਮਚ ਅਮਰਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢਿਆ ਔਰ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਜੀ, ਥੈਂਕ ਯੂ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। This is Sherry Punjab Radio AM 600 Vancouver.